ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਵਿਰਾਸਤ ਟੀਵੀ। ਮੈਂ ਜਸਵਿੰਦਰ ਯਾਦ। ਪ੍ਰੋਗਰਾਮ ਦ੍ਰਿਸ਼ਟੀਕੋਣ ਦੇ ਵਿੱਚ ਅਕਸਰ ਦੀ ਤਰ੍ਹਾਂ ਸਾਂਝ ਪਾਵਾਂਗੇ ਪੰਜਾਬ ਨਾਲ ਸੰਬੰਧਿਤ ਖਬਰਾਂ ਬਾਰੇ। ਉਹਨਾਂ ਖਬਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇਹ ਦੱਸ ਦੇਣਾ ਬਣਦਾ ਹੈ ਕਿ ਨਵੇਂ ਸਾਲ ਜਾਂ ਨਵੇਂ ਵਰ੍ਹੇ ਦਾ ਇਹ ਪਹਿਲਾ ਪ੍ਰੋਗਰਾਮ ਅਸੀਂ ਪੇਸ਼ ਕਰਨ ਜਾ ਰਹੇ ਹਾਂ, ਜਿਸ ਪ੍ਰੋਗਰਾਮ ਦਾ ਨਾਮ ਦ੍ਰਿਸ਼ਟੀਕੋਣ ਆ। ਅਸੀਂ ਵੱਖ-ਵੱਖ ਤਰ੍ਹਾਂ ਦੇ ਹੋਰ ਪ੍ਰੋਗਰਾਮ ਵੀ ਇਸੇ ਹੀ ਪਲੇਟਫਾਰਮ ਤੋਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ। ਤਾਂ ਸਾਡਾ ਫਰਜ਼ ਬਣਦਾ ਹੈ ਕਿ ਇਸ ਪ੍ਰੋਗਰਾਮ ਦੀ ਜਾਂ ਕਹਿ ਲਓ ਇਸ ਵਰ੍ਹੇ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਣੇ ਸਮੁੱਚੇ ਦਰਸ਼ਕਾਂ ਨੂੰ, ਦੋਸਤਾਂ ਮਿੱਤਰਾਂ ਨੂੰ ਤੇ ਸਾਡੇ ਚਾਹਣ ਵਾਲਿਆਂ ਨੂੰ ਤੇ ਨਾਲ ਦੀ ਨਾਲ ਸਾਡੀ ਪੂਰੀ ਦੀ ਪੂਰੀ ਟੀਮ ਨੂੰ ਨਵੇਂ ਸਾਲ ਦੀ ਮੁਬਾਰਕਬਾਦ। ਆਸ ਕਰਦੇ ਹਾਂ ਕਿ ਇਹ ਨਵਾਂ ਵਰ੍ਹਾ ਤੁਹਾਡੇ ਲਈ ਤਰੱਕੀਆਂ ਲੈ ਕੇ ਆਵੇ ਤੇ ਨਾਲ ਜਿਸ ਤਰ੍ਹਾਂ ਦੀ ਵੀ ਚੈਲੰਜ ਲੈ ਕੇ ਆਵੇ, ਜਿਸ ਤਰ੍ਹਾਂ ਦੀ ਵੀ ਅੜਿੱਕੇ ਲੈ ਕੇ ਆਵੇ, ਉਹਨਾਂ ਨੂੰ ਤੁਸੀਂ ਆਸ਼ਾਵਾਦੀ ਨਜ਼ਰੀਏ ਨਾਲ ਹੱਲ ਕਰਦੇ ਦੇਖੋ। ਜੇਕਰ ਅਸੀਂ ਹੌਸਲੇ ਦੇ ਨਾਲ ਪਿਛਲੇ ਵਰ੍ਹੇ ਦੀ ਵੀ ਸਮੀਖਿਆ ਕਰੀਏ ਤਾਂ ਬਹੁਤ ਤਰ੍ਹਾਂ ਦੇ ਅੜਿੱਕੇ ਹਰ ਇੱਕ ਦੀ ਜ਼ਿੰਦਗੀ ਵਿੱਚ ਆਏ ਹੋਣਗੇ। ਤਾਂ ਜਿਨ੍ਹਾਂ ਨੇ ਹੌਸਲਾ ਬਣਾਈ ਰੱਖਿਆ ਤੇ ਸੋਚ ਆਸ਼ਾਵਾਦੀ ਰੱਖੀ, ਉਹਨਾਂ ਨੇ ਉਸ ਤੋਂ ਪਾਰ ਪਾ ਲਿਆ। ਅਸਲ ਵਿੱਚ ਦੁੱਖ ਤੇ ਸੁੱਖ ਕੋਈ ਵੱਖਰੀ ਕਹਾਣੀ ਨਹੀਂ ਹੁੰਦੀ, ਕੋਈ ਵੱਖਰੀ ਸਮਝ ਨਹੀਂ ਹੁੰਦੀ। ਸਮਝ ਹੁੰਦੀ ਹੈ ਤੁਹਾਡੇ ਨਜ਼ਰੀਏ ਦੀ। ਜੇਕਰ ਨਜ਼ਰੀਏ ਚੰਗੇ ਹੋਣ ਤਾਂ ਦੁੱਖਾਂ ਨੂੰ ਸੁੱਖਾਂ ਦੇ ਵਿੱਚ ਬਦਲਿਆ ਜਾ ਸਕਦਾ ਹੈ। ਜੇਕਰ ਨਜ਼ਰੀਏ ਹੀ ਨਿਰਾਸ਼ਾਵਾਦੀ ਹੋਣ ਤਾਂ ਸੁੱਖ ਵੀ ਦੁੱਖ ਬਣ ਜਾਂਦੇ ਨੇ। ਆਓ ਹੁਣ ਗੱਲ ਕਰਦੇ ਹਾਂ ਖਬਰਾਂ ਦੇ ਸੰਬੰਧ ਵਿੱਚ। ਪੰਜਾਬ ਦੀਆਂ ਖਬਰਾਂ ਦੇ ਸੰਬੰਧ ਵਿੱਚ ਗੱਲ ਕਰਨ ਤੋਂ ਪਹਿਲਾਂ ਜੋ ਪਿਛਲੇ ਦਿਨੀ ਲੋਕ ਸਭਾ ਵਿੱਚ ਇੱਕ ਕਾਨੂੰਨ ਦੇ ਉੱਤੇ ਚਰਚਾ ਹੋਈ ਸੀ ਕਿ ਔਰਤਾਂ ਦੀ ਵਿਆਹ ਦੀ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰ ਦਿੱਤੀ ਜਾਵੇ, ਇਸ ਦੇ ਸੰਬੰਧ ਵਿੱਚ ਥੋੜ੍ਹੀ ਜਿਹੀ ਚਰਚਾ ਕਰਾਂਗੇ। ਪੈਗਾਸਸ ਜਿਹੜਾ ਸੌਫਟਵੇਅਰ ਦਾ ਮਾਮਲਾ, ਉਹਦੇ ਉੱਤੇ ਸੁਪਰੀਮ ਕੋਰਟ ਦੁਆਰਾ ਕਿਹੜਾ ਬਿਆਨ ਜਾਰੀ ਕੀਤਾ ਗਿਆ, ਉਹਦੇ ਉੱਤੇ ਵੀ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ। ਨਾਲ ਦੀ ਨਾਲ ਗੱਲ ਕਰਾਂਗੇ ਕਿ ਹੁਣ ਸਿੱਧੂ ਤੇ ਚੰਨੀ ਸਾਹਿਬ ਦੀ ਸਹੁਰਾ ਜਿਹੜੀ ਉਹ ਰਲਣ ਲੱਗ ਪਈ ਹੈ ਤੇ ਮੋਦੀ ਸਾਹਿਬ ਪੰਜਾਬ ਆ ਰਹੇ ਹੈ। ਉੱਧਰ ਟਿਕਟਾਂ ਵੰਡਣ ਨੂੰ ਲੈ ਕੇ ਦਿੱਲੀ ਵਿੱਚ ਚੌਂਕੜੇ ਮਾਰ ਕੇ ਮੀਟਿੰਗਾਂ ਹੋਈ ਜਾਂਦੀਆਂ ਤੇ ਉੱਧਰ ਕਹਿੰਦੇ ਟਿਕਟਾਂ ਦੀ ਮੀਟਿੰਗ ਹੁੰਦੀ ਹੈ। ਕੁਝ ਕਹਿੰਦੇ ਵਿਧਾਇਕ, ਕੁਝ ਕਹਿੰਦੇ ਵੱਡੇ ਆਗੂ ਇਹਨਾਂ ਹੀ ਪਾਰਟੀਆਂ ਦੇ ਟੁੱਟ ਕੇ ਸਿੱਧੇ ਮੋਦੀ ਸਾਹਿਬ ਨਾਲ ਜਾ ਰਹੇ ਆ। ਇਹਦੇ ਉੱਤੇ ਵੀ ਚਰਚਾ ਕਰਾਂਗੇ। ਕਿਸਾਨ ਜਥੇਬੰਦੀਆਂ ਹੁਣ ਕੀ ਨਵੀਂ ਉਲੀਕ ਰਹੀਆਂ ਅਤੇ ਉਹਦੇ ਵਿੱਚ ਕਿੰਨੀ ਕੁ ਕਾਮਯਾਬੀ ਮਿਲਦੀ ਹੈ, ਉਹਦੇ ਉੱਤੇ ਚਰਚਾ ਕੀਤੀ ਜਾਊਗੀ। ਅਤੇ ਅਗਰਾਹਾਂ ਸਾਹਿਬ ਜੋ ਲਗਾਤਾਰ ਮੀਟਿੰਗਾਂ ਮੰਗ ਰਹੇ ਨੇ ਮੁੱਖ ਮੰਤਰੀ ਚੰਨੀ ਸਾਹਿਬ ਤੋਂ, ਤਾਂ ਉਹਨਾਂ ਨੂੰ ਕੀ ਸੁਰ ਜਵਾਬ ਮਿਲਦੇ ਆ, ਇਹਦੇ ਉੱਤੇ ਵੀ ਨਿਗਾਹ ਬਣਾਈ ਰੱਖਾਂਗੇ। ਉੱਧਰ ਸ਼੍ਰੋਮਣੀ ਅਕਾਲੀ ਦਲ ਵਾਲੇ ਕਹਿੰਦੇ ਆ ਕਿ ਬੇਅਦਬੀ ਦਾ ਹਿਸਾਬ ਲਵਾਂਗੇ। ਉਹਨਾਂ ਨੇ ਰੋਸ ਦੁਸਹਿਰਾ ਜਾਂ ਕਹਿ ਲਓ ਕਿ ਰੋਸ ਦਿਵਸ ਮਨਾਇਆ। ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਬੇਅਦਬੀਆਂ ਦੇ ਉੱਤੇ ਕੋਈ ਪੁਖਤਾ ਪ੍ਰਬੰਧ ਨਹੀਂ ਕਰ ਰਹੀ, ਨਾ ਕਿ ਪੁਖਤਾ ਜਾਣਕਾਰੀ ਇਕੱਠੀ ਕਰਨ ਲਈ ਵਸੀਲੇ ਜਟਾ ਰਹੀ ਹੈ। ਉਹ ਤਾਂ ਸਿਰਫ ਵੋਟਾਂ ਦੇ ਵਿੱਚ ਮਗਨ ਆ। ਅਤੇ ਬਾਦਲ ਸਾਹਿਬ ਕਹਿੰਦੇ ਵੀ ਪੰਥ ਨੂੰ ਖਤਰਾ ਹੈ। ਅਤੇ ਸਾਰੀਆਂ ਖਬਰਾਂ ਦੇ ਉੱਤੇ ਨਿਗਾਹ ਬਣਾਈ ਰੱਖਾਂਗੇ। ਪਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਹਿਲੀ ਵੱਡੀ ਖਬਰ ਵੱਲ, ਉਸ ਖਬਰ ਵੱਲ ਜਿਸ ਦਾ ਸੰਬੰਧ ਹੈ ਜੋ ਪਿਛਲੇ ਦਿਨੀ ਲੋਕ ਸਭਾ ਦੇ ਵਿੱਚ ਕਾਨੂੰਨ ਆਇਆ ਸੀ ਕਿ ਔਰਤਾਂ ਦੀ ਜਿਹੜੀ ਵਿਆਹ ਦੀ ਉਮਰ ਹੈ ਉਹ 18 ਸਾਲ ਤੋਂ ਵਧਾ ਕੇ 21 ਸਾਲ ਕਰ ਦਿੱਤੀ ਜਾਊਗੀ। ਤਾਂ ਉਸ ਕਾਨੂੰਨ ਨੂੰ ਵਾਚਣ ਦੇ ਲਈ, ਉਸ ਦੀ ਸਮੀਖਿਆ ਕਰਨ ਦੇ ਲਈ, ਜਾਂ ਕਹਿ ਲਓ ਉਹਦੇ ਵਿੱਚ ਹੋਰ ਸੁਧਾਰ ਕਰਨ ਦੇ ਲਈ, ਜਾਂ ਆਊਟਪੁੱਟ ਪਾਉਣ ਦੇ ਲਈ, ਜਾਂ ਨਾਲ ਵਿਰੋਧੀਆਂ ਦੇ ਕਹੇ ਉੱਤੇ ਉਹਦਾ ਇੱਕ ਵਾਰੀ ਜਾਇਜ਼ਾ ਲੈਣ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ। 31 ਮੈਂਬਰੀ ਕਮੇਟੀ ਹੈ ਅਤੇ ਇਸ ਕਮੇਟੀ ਦੇ ਵਿੱਚ ਮਸਲਾ ਜਿਹੜਾ ਹੱਲ ਹੋਣਾ, ਜਾਂ ਕਹਿ ਲਓ ਜਿਹਦੇ ਉੱਤੇ ਵਿਚਾਰ ਵਟਾਂਦਰਾ ਹੋਣਾ ਹੈ, ਉਹ ਹੈਗਾ ਔਰਤ ਦੀ ਵਿਆਹ ਦੀ ਉਮਰ 18 ਤੋਂ ਵਧਾ ਕੇ 21 ਸਾਲ ਕੀਤੀ ਜਾਵੇ, ਨਾ ਕੀਤੀ ਜਾਵੇ, ਕਿਉਂ ਕੀਤੀ ਜਾਵੇ, ਇਹ ਸਾਰੇ ਕਾਸੇ ਉੱਤੇ। ਪਰ ਇਸ 31 ਮੈਂਬਰੀ ਟੀਮ ਵਿੱਚ ਔਰਤ ਸਿਰਫ ਇੱਕ ਹੀ ਹੈ। ਮਸਲੇ ਔਰਤਾਂ ਦੇ ਨੇ। ਉਮਰ ਹੱਦ ਦੀ ਗੱਲ ਹੈ ਜਿਹੜੀ ਉਹ ਔਰਤਾਂ ਬਾਰੇ ਹੋਣੀ ਹੈ। ਪਰ ਰਾਜ ਸਭਾ ਦੀ ਵੈਬਸਾਈਟ ਉੱਪਰ ਤੁਸੀਂ ਇਸ ਕਮੇਟੀ ਦਾ ਵੇਰਵਾ ਦੇਖ ਸਕਦੇ ਹੋ। ਉਹਦੇ ਵਿੱਚ ਸਿਰਫ ਇੱਕ ਹੀ ਸੰਸਦ ਮੈਂਬਰ ਹੈ ਜਿਹੜੀ ਔਰਤ ਦੇ ਰੂਪ ਵਿੱਚ ਸ਼ਾਮਲ ਕੀਤੀ ਗਈ ਹੈ। ਉਹਨਾਂ ਨੇ ਵੀ ਬਿਆਨ ਦਿੰਦੇ ਹੋਏ ਕਿਹਾ ਵੀ ਕਾਸ਼ ਇਸ ਵਿੱਚ ਔਰਤਾਂ ਦੀ ਗਿਣਤੀ ਜ਼ਿਆਦਾ ਹੁੰਦੀ ਤਾਂ ਇਹਦੇ ਉੱਤੇ ਕੰਮ ਕਰਨਾ ਸੁਖਾਲਾ ਹੋ ਜਾਂਦਾ। ਪਰੰਤੂ ਫਿਰ ਵੀ ਅਸੀਂ ਬੜੀ ਤਨਦੇਹੀ ਦੇ ਨਾਲ ਇਸ ਨੂੰ ਵਿਚਾਰਦੇ ਹੋਏ ਇਸ ਮਸਲੇ ਦਾ ਹੱਲ ਕਰਾਂਗੇ ਜਾਂ ਇਹਦੇ ਉੱਤੇ ਆਪਣੀ ਰਾਏ ਜਾਂ ਟਿੱਪਣੀ ਦੇਵਾਂਗੇ। ਮੈਂ ਇਸ ਖਬਰ ਨੂੰ ਪਹਿਲ ਦੇ ਆਧਾਰ ਉੱਤੇ ਤਾਂ ਰੱਖਿਆ ਹੈ, ਜਾਂ ਕਹਿ ਲਓ ਅਸੀਂ ਇਸ ਖਬਰ ਨੂੰ ਪਹਿਲ ਦੇ ਆਧਾਰ ਉੱਤੇ ਤਾਂ ਰੱਖਿਆ ਹੈ ਕਿ ਜਦੋਂ ਕਮੇਟੀਆਂ ਬਣਾਈਆਂ ਜਾਂਦੀਆਂ ਨੇ, ਚਾਹੇ ਉਹ ਔਰਤ ਮਰਦ ਦੇ ਮਸਲੇ ਨੇ, ਚਾਹੇ ਗਰੀਬੀ ਅਮੀਰੀ ਦੇ ਨੇ, ਚਾਹੇ ਇੱਕ ਖਿੱਤੇ ਦੇ ਸਟੇਟ ਦੇ ਨੇ, ਚਾਹੇ ਪਿਛਲੇ ਦਿਨੀ ਜੋ ਬਹੁਤ ਵੱਡਾ ਮੁੱਦਾ ਸੀ ਕਿਸਾਨੀ ਦਾ ਉਹਦੇ ਨੇ, ਉਹਦੇ ਵਿੱਚ ਉਹਨਾਂ ਮੈਂਬਰਾਂ ਦੀ ਜਿਨ੍ਹਾਂ ਦਾ ਉਹ ਮਸਲਾ ਹੈ
ਉਹਨਾਂ ਦੀ ਗਿਣਤੀ ਲਗਭਗ 50% ਹੋਣੀ ਲਾਜ਼ਮੀ ਕਰ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਜਿਸ ਬਾਰੇ ਤੁਸੀਂ ਵਿਚਾਰ ਕਰ ਰਹੇ ਹੋ ਉਹਨਾਂ ਦੀ ਪ੍ਰਤੀਨਿਧਤਾ ਕਰਨ ਵਾਲਾ 31 ਦੇ ਵਿੱਚੋਂ ਇੱਕ ਹੈ ਤੇ 30 ਉਹ ਮੈਂਬਰ ਨੇ ਜਿਨ੍ਹਾਂ ਦਾ ਉਸ ਮੁੱਦੇ ਨਾਲ ਸਿੱਧਾ ਕੋਈ ਸੰਬੰਧ ਨਹੀਂ, ਚਾਹੇ ਅਸਿੱਧੇ ਰੂਪ ਵਿੱਚ ਹੋ ਸਕਦਾ ਹੈ। ਜੇਕਰ ਇਸ ਤਰ੍ਹਾਂ ਦੀਆਂ ਕਮੇਟੀਆਂ ਹੋਣਗੀਆਂ ਤਾਂ ਬਾਹਲੀ ਆਸ਼ਾਵਾਦੀ ਸੋਚ ਨਾਲ ਮੈਂ ਤਾਂ ਨਹੀਂ ਕਹਿ ਸਕਦਾ ਕਿ ਜਿਹੜੇ ਨਤੀਜੇ ਨੇ ਉਹ ਚੰਗੇ ਆਉਣਗੇ। ਪਰ ਫਿਲਹਾਲ ਇਹ ਕਮੇਟੀ ਕੀ ਫੈਸਲਾ ਦਿੰਦੀ ਹੈ, ਇਹਦੇ ਉੱਤੇ ਕਿਹੜੇ ਆਪਦੇ ਰਿਵਿਊ ਪੇਸ਼ ਕਰਦੀ ਹੈ, ਇਸ ਮਾਮਲੇ ਨੂੰ ਪੋਜ਼ਿਟਿਵ ਵਾਲੇ ਪਾਸੇ ਹਾਂ ਪੱਖੀ ਹੁੰਗਾਰਾ ਮਿਲਦਾ ਜਾਂ ਨਾ ਪੱਖੀ ਹੁੰਗਾਰਾ ਮਿਲਦਾ, ਆਉਣ ਵਾਲੇ ਦਿਨਾਂ ਵਿੱਚ ਇਸ ਉੱਤੇ ਜਿਹੜੀ ਨਿਗਾਹ ਹੈ ਉਹ ਲਗਾਤਾਰ ਅਸੀਂ ਬਣਾਈ ਰੱਖਾਂਗੇ। ਆਓ ਹੋ ਚੱਲਦੇ ਹਾਂ ਅਗਲੀ ਖਬਰ ਵੱਲ। ਪੈਗਾਸਸ ਸੌਫਟਵੇਅਰ ਦਾ ਮਾਮਲਾ, ਜੋ NSO ਇਜ਼ਰਾਈਲ ਨੇ ਇੱਕ ਸੌਫਟਵੇਅਰ ਦਿੱਤਾ ਸੀ ਜਾਂ ਕਹਿ ਲਓ ਉਹਨਾਂ ਤੋਂ ਲਿਆ ਸੀ ਭਾਰਤ ਦੀ ਸਰਕਾਰ ਨੇ ਮਿਲਟਰੀ ਦੇ ਲਈ, ਪਰ ਪਿਛਲੇ ਦਿਨੀ ਸੰਸਦ ਦੇ ਵਿੱਚ ਵੀ ਤੇ ਵੱਖ-ਵੱਖ ਬੁੱਧੀਜੀਵੀਆਂ ਵਿੱਚ ਵੀ ਇਸ ਮਾਮਲੇ ਨੇ ਜ਼ੋਰ ਫੜ ਲਿਆ ਸੀ ਕਿ ਇਸ ਦੀ ਕਥਿਤ ਤੌਰ ਤੇ ਵਰਤੋਂ ਭਾਰਤ ਸਰਕਾਰ ਕਰ ਰਹੀ ਹੈ। ਭਾਰਤ ਸਰਕਾਰ ਇਹਦੀ ਵਰਤੋਂ ਕਰ ਰਹੀ ਹੈ ਵਿਰੋਧੀਆਂ ਦੀ ਜਾਸੂਸੀ ਕਰਨ ਦੇ ਲਈ, ਵੱਡੇ ਕਾਰੋਬਾਰੀਆਂ ਦੀ ਜਾਸੂਸੀ ਕਰਨ ਦੇ ਲਈ, ਵੱਡੇ ਡਾਕਟਰਾਂ ਦੀ ਜਾਸੂਸੀ ਕਰਨ ਦੇ ਲਈ, ਨਾਲ ਉੱਘੇ ਪੱਤਰਕਾਰਾਂ ਦੀ ਜਾਸੂਸੀ ਕਰਨ ਲਈ। ਇਹ ਦੋਸ਼ ਭਾਰਤ ਸਰਕਾਰ ਦੇ ਉੱਤੇ ਲੱਗੇ ਸੀ ਕਿ ਜਿਸ ਸੌਫਟਵੇਅਰ ਦੀ ਇਜ਼ਰਾਈਲ ਤੋਂ ਲੈਣ ਦੀ ਵਜ੍ਹਾ ਸੀ ਕਿ ਉਹ ਮਿਲਟਰੀ ਦੇ ਕੰਮਾਂ ਲਈ ਵਰਤਿਆ ਜਾਊਗਾ, ਉਸ ਦੀ ਵਰਤੋਂ ਸਰਕਾਰ ਆਪਣੇ ਨਿੱਜੀ ਹਿੱਤਾਂ ਲਈ ਕਰ ਰਹੀ ਹੈ। ਇਸ ਉੱਤੇ ਜਦੋਂ ਪਟੀਸ਼ਨ ਦਾਇਰ ਹੁੰਦੀ ਹੈ, ਇਹਦੇ ਉੱਤੇ ਜੋ ਸ਼ਿਕਾਇਤ ਦਾਇਰ ਹੁੰਦੀ ਹੈ, ਤਾਂ ਸੁਪਰੀਮ ਕੋਰਟ ਨੇ ਇੱਕ ਤਕਨੀਕੀ ਕਮੇਟੀ ਬਣਾ ਦਿੱਤੀ ਹੈ। ਉਸ ਤਕਨੀਕੀ ਕਮੇਟੀ ਨੇ ਇਹ ਕਹਿ ਦਿੱਤਾ ਹੈ ਕਿ ਜਿਸ ਨੂੰ ਲੱਗਦਾ ਹੈ ਕਿ ਪੈਗਾਸਸ ਸੌਫਟਵੇਅਰ ਦੀ ਸਹਾਇਤਾ ਦੇ ਨਾਲ ਉਹਨਾਂ ਦੇ ਜਿਹੜੇ ਉਪਕਰਨ ਨੇ ਜਾਂ ਕਹਿ ਲਓ ਉਹਨਾਂ ਦੇ ਮੋਬਾਈਲ ਨੇ, ਲੈਪਟਾਪ ਨੇ, ਉਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਸੰਨ ਲੱਗਿਆ ਹੈ, ਕਿਸੇ ਤਰ੍ਹਾਂ ਦਾ ਉਹਨੂੰ ਨੁਕਸਾਨ ਪਹੁੰਚਿਆ ਹੈ, ਤਾਂ ਉਹ 7 ਜਨਵਰੀ ਤੱਕ ਬਾਏ ਈਮੇਲ ਆਪਣੀ ਜਿਹੜੀ ਰਿਪੋਰਟ ਕਰ ਸਕਦੇ ਨੇ ਤੇ ਉਸ ਤੋਂ ਬਾਅਦ ਉਸ ਉੱਤੇ ਜਿਹੜੀ ਜਾਂਚ ਆ ਸ਼ੁਰੂ ਹੋਊਗੀ। ਤਾਂ ਨਾਲ ਤਕਨੀਕੀ ਕਮੇਟੀ ਨੇ ਇਸ ਦਾ ਇਸ਼ਤਿਹਾਰ ਅਖਬਾਰ ਦੇ ਵਿੱਚ ਵੀ ਦਿੱਤਾ ਸੀ ਤੇ ਇਹ ਵੀ ਕਿਹਾ ਸੀ ਕਿ ਜੇਕਰ ਸਾਨੂੰ ਜ਼ਰੂਰਤ ਪਈ ਤਾਂ ਅਸੀਂ ਤੁਹਾਡੇ ਉਪਕਰਨ ਤੋਂ ਭਾਵ ਤੁਹਾਡੇ ਮੋਬਾਈਲ ਜਾਂ ਤੁਹਾਡੇ ਲੈਪਟਾਪ ਜਾਂ ਤੁਹਾਡੇ PC ਜਾਂ ਜਿਹੜਾ ਵੀ ਤੁਹਾਡਾ ਸਿਸਟਮ ਚੱਲਦਾ ਹੈ ਜਿਹਦੇ ਵਿੱਚ ਤੁਹਾਨੂੰ ਇਹ ਡਰ ਆ ਕਿ ਪੈਗਾਸਸ ਦੀ ਵਰਤੋਂ ਕਰਕੇ ਤੁਹਾਡੀ ਜਾਸੂਸੀ ਹੋਈ ਹੈ, ਉਹ ਅਸੀਂ ਜਾਂਚ ਵਾਸਤੇ ਵੀ ਲੈ ਸਕਦੇ ਹਾਂ। ਨਾਲ ਉਹਨਾਂ ਨੇ ਇਹ ਕਿਹਾ ਕਿ ਜਾਂਚ ਵਾਸਤੇ ਤੁਹਾਨੂੰ ਇਹ ਦਿੱਲੀ ਦਫ਼ਤਰ ਦੇ ਵਿੱਚ ਜਮ੍ਹਾਂ ਕਰਾਉਣਾ ਹੋਊਗਾ ਤੇ ਬਕਾਇਦਾ ਤੁਹਾਨੂੰ ਇਸ ਦੀ ਜਮ੍ਹਾਂ ਦੀ ਰਸੀਦ ਦਿੱਤੀ ਜਾਊ ਤੇ ਜੋ ਰਿਕਾਰਡ ਤੁਹਾਡਾ ਇਹਦੇ ਵਿੱਚ ਦਰਜ ਆ ਉਹਦੀ ਵੀ ਡਿਜੀਟਲ ਰਸੀਦ ਤੁਹਾਨੂੰ ਮੁਹੱਈਆ ਕਰਵਾਈ ਜਾਊਗੀ। ਤੇ ਨਾਲ ਇਹ ਵੀ ਕਿਹਾ ਕਿ ਤੁਹਾਨੂੰ ਇਸ ਚੀਜ਼ ਦੀ ਵੀ ਜਾਣਕਾਰੀ ਦੇਣੀ ਪਊ ਵੀ ਤੁਹਾਨੂੰ ਕਿਸ ਆਧਾਰ ਦੇ ਉੱਤੇ ਲੱਗ ਰਿਹਾ ਹੈ ਕਿ ਤੁਹਾਡੀ ਜਾਸੂਸੀ ਹੋਈ ਹੈ। ਇਹ ਸਾਰਾ ਕੁਝ ਕਰਨ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਉਪਕਰਨ ਹੈ ਉਹ ਤੁਸੀਂ ਦਿੱਲੀ ਦਫ਼ਤਰ ਦੇ ਵਿੱਚ ਪਹਿਲਾਂ ਮੇਲ ਦੇ ਰਾਹੀਂ ਸ਼ਿਕਾਇਤ ਕਰ ਸਕਦੇ ਹੋ ਤੇ ਫਿਰ ਦਿੱਲੀ ਦਫ਼ਤਰ ਵਿੱਚ ਜੇਕਰ ਜ਼ਰੂਰਤ ਲੱਗੀ ਉਸ ਤਕਨੀਕੀ ਟੀਮ ਨੂੰ ਤਾਂ ਤੁਹਾਨੂੰ ਜਮ੍ਹਾਂ ਕਰਾਉਣਾ ਪਊਗਾ। ਇਹ ਸਾਰਾ ਕੁਝ ਕਰਨ ਦੇ ਨਾਲ ਜਿਹੜੇ ਆਮ ਲੋਕਾਂ ਵਿੱਚ ਵੀ ਇਸ ਗੱਲ ਦੀ ਅਫਵਾਹ ਕਹਿ ਲਓ, ਸ਼ੱਕ ਕਹਿ ਲਓ ਜਾਂ ਕਿਤੇ ਨਾ ਕਿਤੇ ਸੱਚ ਵੀ ਹੋ ਸਕਦਾ ਹੈ, ਉਸ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦੇ ਲਈ ਸੁਪਰੀਮ ਕੋਰਟ ਨੇ ਤਕਨੀਕੀ ਕਮੇਟੀ ਬਣਾਈ ਹੋਈ ਹੈ। ਤਾਂ ਅਸੀਂ ਆਪਣੇ ਇਸ ਮਾਧਿਅਮ ਰਾਹੀਂ ਵੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਜੇਕਰ ਤੁਹਾਡੇ ਕੋਲ ਇਨਫੋਰਮੇਸ਼ਨ ਨਹੀਂ ਪਹੁੰਚੀ ਤਾਂ ਸਾਡੇ ਜ਼ਰੀਏ ਤੁਹਾਡੇ ਕੋਲ ਅਜੇ ਇਨਫੋਰਮੇਸ਼ਨ ਪਹੁੰਚ ਰਹੀ ਹੈ। ਤੁਸੀਂ ਆਪਣੇ ਜਿਸ ਤਰ੍ਹਾਂ ਦੇ ਵੀ ਤੁਹਾਨੂੰ ਸ਼ੱਕ ਸ਼ੁਦਾ ਨੇ ਜਾਂ ਕਹਿ ਲਓ ਤੁਹਾਨੂੰ ਜਾਪ ਰਿਹਾ ਕਿ ਖਤਰਾ ਹੈ ਪੈਗਾਸਸ ਦੇ ਨਾਲ ਤੁਹਾਡੇ ਕਾਰੋਬਾਰ ਦੇ ਵਿੱਚ, ਤੁਹਾਡੇ ਨਿੱਜੀ ਜ਼ਿੰਦਗੀ ਦੇ, ਜਿਸ ਤਰ੍ਹਾਂ ਵਿਰੋਧੀ ਧਿਰ ਨੇ ਇਲਜ਼ਾਮ ਲਾਇਆ ਸੀ ਕਿ ਸਾਡੀਆਂ ਫੋਨ ਰਿਕਾਰਡਿੰਗਾਂ ਜਿਹੜੀਆਂ ਉਹ ਰਿਕਾਰਡ ਕਰ ਲਈਆਂ ਗਈਆਂ ਨੇ ਤੇ ਇਸ ਦੇ ਉੱਤੇ ਸੁਪਰੀਮ ਕੋਰਟ ਨੇ ਜਿਹੜਾ ਪੱਖਾ ਬੜਾ ਸਾਫ਼ ਕਰ ਦਿੱਤਾ ਹੈ। ਤਾਂ ਸੁਪਰੀਮ ਕੋਰਟ ਦਾ ਇੱਥੇ ਅਸੀਂ ਧੰਨਵਾਦ ਵੀ ਕਰਦੇ ਹਾਂ। ਨਾਲ ਇਹ ਵੀ ਕਹਿੰਦੇ ਹਾਂ ਕਿ ਤੁਸੀਂ ਤਕਨੀਕੀ ਕਮੇਟੀ ਦਾ ਮਦਦ ਕਰੋ ਜਾਂ ਸਹਾਰਾ ਬਣੋ ਜਾਂ ਜਿੱਥੇ ਤੁਹਾਨੂੰ ਆਪਣੇ ਕੋਈ ਸ਼ੱਕ ਸ਼ੁਬਾ ਹੈ ਉਸ ਨੂੰ ਤੁਸੀਂ ਦੂਰ ਕਰ ਸਕਦੇ ਹੋ। ਉਸ ਤੋਂ ਬਾਅਦ ਚੱਲਦੇ ਆਪਾਂ ਅਗਲੀ ਖਬਰ ਵੱਲ। ਇਸ ਤੋਂ ਅਗਲੀ ਖਬਰ ਜਿਸ ਦਾ ਸੰਬੰਧ ਹੈ ਪੰਜਾਬ ਸਰਕਾਰ ਦੇ ਨਾਲ ਜਾਂ ਕਹਿ ਲਓ ਕਿ ਪੰਜਾਬ ਦੀ ਮੌਜੂਦਾ ਰਾਜਨੀਤੀ ਨਾਲ। ਪਿਛਲੇ ਦਿਨਾਂ ਤੋਂ ਆਮ ਨਾਗਰਿਕ ਤੋਂ ਲੈ ਕੇ ਬੁੱਧੀਜੀਵੀਆਂ ਤੱਕ ਇਸ ਗੱਲ ਦੇ ਅੰਦਾਜ਼ੇ ਲਾਏ ਜਾਂਦੇ ਸੀ ਕਿ ਕਾਂਗਰਸ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ। ਕਾਂਗਰਸ ਦੇ ਵਿੱਚ ਆਪਸੀ ਜਿਹੜੀ ਜੰਗ ਹੈ ਜਾਂ ਆਪਸੀ ਜਿਹੜੀ ਲੜਾਈ ਹੈ ਉਹ ਕਾਂਗਰਸ ਦੇ ਖਤਮ ਹੋਣ ਦਾ, ਕਾਂਗਰਸ ਦੇ ਵਜ਼ਾਰਤ ਵਿੱਚੋਂ ਬਾਹਰ ਹੋਣ ਦਾ ਕਾਰਨ ਬਣ ਸਕਦੀ ਹੈ। ਸ਼ਾਇਦ ਇਸ ਗੱਲ ਦੀਆਂ ਕਨਸੂਆਂ ਕਾਂਗਰਸ ਦੀ ਹਾਈ ਕਮਾਂਡ ਤੱਕ ਵੀ ਸੀ।
जिस करके हाई कमांड ने काफ़ी मीटिंगां भी कीतियां, काफ़ी वारी जिन्ना धड़ियां विच जां जिन्ना वड्डे लीडरां दे विच आपस विच खड़कदी सी उन्हां नूं बुला के समझाया भी गया ते पैंदा फर्क पै भी गया लगदा है, क्योंकि कल चोण प्रचार कमेटी ने एक मीटिंग कीती ते उस मीटिंग दे विच जाखड़ साहब जिस तरह चोण प्रचार कमेटी के चेयरमैन ने ते उन्होंने इस मीटिंग में वड्डी भूमिका निभाई। इस मीटिंग में थोड़ी जी देरी के नाल चरणजीत सिंह चन्नी पहुँचते हैं तो लगभग अद्धे घंटे की देरी नाल नवजोत सिंह सिद्धू पहुँचते हैं। इस मीटिंग का परपस सी जां कह लो मनोरथ सी आउण वालियां चोणां दे संबंध विच इकमुठ होना जां तैयारियां दे जायजे जां प्लैनिंग करनी कि किस तरह कांग्रेस चोण मैदान में उतरू। जापदा इस तरह सी कि शायद कांग्रेस के वड्डे सिर इत्थे भी शायद एक दूजे की हाँ विच हाँ ना मिलाउण, पर मीटिंग विच चरणजीत सिंह चन्नी की गल उत्ते हंगारा भरदे दिसे नवजोत सिंह सिद्धू, ते जो नवजोत सिंह सिद्धू गल रखते सी तां हंगारा बड़े बेखूबी भरिया चरणजीत सिंह चन्नी ने। इस मीटिंग में इस तो इलावा पंजाब कांग्रेस के इंचार्ज हरीश चौधरी ते सकत्तर प्रगट सिंह भी मौजूद सी। इस मीटिंग विच जो प्लैनिंग नवजोत सिंह सिद्धू ने चोण लड़न नूं लैके कीती सी जां चन्नी साहब ने कीती सी वो पेश की गई ते उहदे उत्ते सहमति बनती भी सी। एक गल ये भी निकल के आई कि हो सकता है कि कांग्रेस अपनी चोण मुहिम जां कह लो चोण प्रचार लोहड़ी तो बाद विच शुरू करे, तो मन नूं तसल्ली हुई कि शायद कांग्रेस विच हुण जिहड़ी खाना जंगी सी वो खत्म हो गई है ते तिन्ने वड्डे आगू एक दूजे की हाँ विच हाँ मिलाउंदे दिसे। पर किते ना किते जिहड़ा गुप्त जा हंगूरा विचों निकल के आउंदा है वो दसदा है कि मीटिंगां वालीआं गल्लां बाहर जाके इंप्लीमेंट जां कह लूँ लागू बड़ियां घट हुंदियां। चाहे उस तो बाद लागू हुंदी भी ये गल दिसदी है कि फगवाड़ा दे विच एक रैली करदे ने नवजोत सिंह सिद्धू ते उत्थे वो अपने मुख मंत्री की मेरे ख्याल नाल पहली बारी तारीफ करते हैं। वो कहते हैं कि 72 सालों के इतिहास दे विच कांग्रेस ने पहली बारी दलित चेहरे नूं मुख मंत्री लाया है ते कहंदे वो तां करके लाया क्योंकि वो योग सी। वो कहंदे इस गल की समर्था रखते सी तां करके उन्होंने मुख मंत्री के तौर पर कांग्रेस ने मूहरे लाया है ते कहंदे उन्होंने भविख दे लई बहुत वधिया योजनावां उलीकीआं। मुकदी गल करिए तो तरीफां दे पुल स्टेज तो फगवाड़ा की स्टेज तो नवजोत सिंह सिद्धू ने लगातार बन्ने ते ये भी कहा कि आने वालियां चोणां दे विच असीं सिर जोड़ के चलांगे ते हो सकता है कि इस वारी साडी जिहड़ी लीड है वो पिछले साल दे नालों वध जावे। ते नाल नाल उन्होंने केजरीवाल साहब बारे कहा कि जेकर केजरीवाल मजीठे तो माफ़ी ना मंगदा तो अज पंजाब की जवानी नूं ते पंजाब दीआं कुੱਖਾਂ नूं आह दिन ना वेखणे पैंदे। बेअदबी का इल्ज़ाम वो अक्सर ही श्रोमणी अकाली दल के सिर मढ़ते हैं तो वह यह इल्ज़ाम मढ़ते दिसे, पर टिप्पणी जां समीख्या जां असीं अपना वक्रा दृष्टिकोण ये रखते हैं कि इस तरह की मीटिंग कोई पहली बार नहीं हुई। बहुत बार प्रियंका गांधी ते राहुल गांधी जी ने इन्हां दी मीटिंग सद के इन्हां विच सुलह कराई। बहुत बार राहुल जी कल्ले मिले, एक बार चरणजीत सिंह चन्नी नूं सोनिया गांधी ने स्पैशल बुलाया, नवजोत सिद्धू नूं अलग भी समझा चुके ने, हरीश चौधरी नूं इसे गल करके लाया कि इन्हां दी आपस विच ऐ कह लो कि खड़के ना बनती रहे ते नाल नाल एक तालमेल कमेटी भी बनाई जो भी अपना काम बखूबी करने की कोशिश करे तो इन्हां दे लीडरां विच आपस विच जो तालमेल आ बनिया रहे। पर हाले तक कांग्रेस की हाई कमांड जां ये कमेटियां सफल नहीं हुईयां। आने वाले दिनों में किन्नियां सफल होंदियां की रंग आउंदा है, कि सच्ची सिर जोड़ के चलते हैं जां शायद किते ना किते अंदर खाते पावरां वंड लईआं गईआं, सिद्धू साहब नूं समझा बुझा लिया गया है। वक्त आउण ते सारे चिट्ठे वक्त आउण ते सारियां गल्लां खुल सकदियां ने। पर दूजे पासे सुखी रंधावा जी एक टीवी चैनल नूं इंटरव्यू दिंदे होए पहलां तां उस पत्रकार वीर ते बड़े गर्म हुंदे ने, कहंदे तुसीं TRP वधाउण लई इदां दे सवाल करदे हो, तुसीं अपने आप दा चैनल वड्डा करन लई सवाल करदे हो। पर हौली हौली जो खुरकिया गया तो अंदरला जिहड़ा दुख आ वो प्रगट हो ही गया। कहंदे पहलां तां सिद्धू चंगा बुलाउंदे हुंदे सी, कहंदे जदों दा मैं गृह मंत्री बनिया पता नहीं किहड़ी गल्लों रुੱਸੇ फिरदे ने, हुण मैनूं बुलाउंदे ही नहीं। कहंदे जेकर उन्हां नूं गृह मंत्राला चाहीदा है
ਤਾਂ ਮੈਂ ਕੁਰਸੀ ਉਹਨਾਂ ਦੇ ਪੈਰਾਂ 'ਚ ਰੱਖ ਦਿੰਦਾ, ਮੈਂ ਅਸਤੀਫਾ ਹਾਈ ਕਮਾਂਡ ਨੂੰ ਦੇ ਦਿੰਦਾ ਤੇ ਉਹ ਆ ਕੇ ਕੁਰਸੀ ਤੇ ਬਿਰਾਜਮਾਨ ਹੋ ਜਾਣ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ। ਇਸ ਦੇ ਆਧਾਰ ਤੇ ਕਹਿ ਸਕਦੇ ਹਾਂ ਕਿ ਹਲੇ ਸਾਰਾ ਕੁਝ ਚੰਗਾ ਨਹੀਂ, ਪਰ ਇੱਕ ਕਵਾਇਤ ਜੀ ਸ਼ੁਰੂ ਹੋ ਗਈ ਹੈ ਕਿ ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਕੁਝ ਨਾ ਕੁਝ ਚੰਗਾ ਹੋ ਜਾਵੇ ਜਾਂ ਕਾਂਗਰਸ ਇੱਕ ਝੰਡੇ ਥੱਲੇ ਇਕੱਠੀ ਹੋ ਜਾਵੇ। ਇਹ ਦੋਨੇ ਖਬਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਇੱਕ ਪਾਸੇ ਫਗਵਾੜੇ ਦੀ ਰੈਲੀ ਵਿੱਚ ਬਿਆਨ ਤੇ ਦੂਸਰੇ ਪਾਸੇ ਚੋਣ ਪ੍ਰਚਾਰ ਕਮੇਟੀ ਦੇ ਵਿੱਚ ਕਿਸ ਤਰ੍ਹਾਂ ਉਹ ਬੈਠੇ। ਪਰ ਵਕਤ ਨੇ ਹਜੇ ਰੰਗਾਂ ਨੂੰ ਹੋਰ ਗੂੜੇ ਕਰਨਾ ਜਾਂ ਫਿੱਕੇ ਕਰਨਾ, ਇਹਦੇ ਬਾਰੇ ਹਜੇ ਅਸੀਂ ਨਿਸ਼ਾਨਦੇਹੀ ਨਹੀਂ ਕਰ ਸਕਦੇ। ਅਗਲੀ ਖਬਰ ਦਾ ਸੰਬੰਧ ਹੈ ਭਾਜਪਾ ਦੀ ਸਰਕਾਰ ਦੇ ਨਾਲ, ਜਾਂ ਕਹਿ ਲਓ ਕਿ ਪੰਜਾਬ ਦੀ ਸਰਕਾਰ ਤੋਂ ਬਾਅਦ ਹੁਣ ਚੱਲਦੇ ਹਾਂ ਕੇਂਦਰ ਦੀ ਸਰਕਾਰ ਵੱਲ। ਕੇਂਦਰ ਦੀ ਸਰਕਾਰ ਦੇ ਵਿੱਚ ਦੋ ਅਹਿਮ ਗੱਲਾਂ ਵਾਪਰੀਆਂ। ਪਹਿਲੀ ਇਹ ਕਿ ਜੋ ਪੰਜਾਬ ਦੇ ਵਿੱਚ ਗੱਠਜੋੜ ਬਣਿਆ ਹੈ ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਅਕਾਲੀ ਦਲ ਸੰਯੁਕਤ, ਕਹਿਣ ਦਾ ਭਾਵ ਕਿ ਢੀਂਡਸੇ ਦੇ ਦਲ ਦਾ, ਉਹਨਾਂ ਦੇ ਦੋ ਮੈਂਬਰਾਂ ਨੇ ਸੀਟਾਂ ਦੀ ਵੰਡ ਨੂੰ ਲੈ ਕੇ ਇੱਕ ਮੀਟਿੰਗ ਸੱਦੀ। ਉਸ ਮੀਟਿੰਗ ਦੇ ਵਿੱਚ ਸੰਯੁਕਤ ਅਕਾਲੀ ਦਲ ਵੱਲੋਂ ਉਹਨਾਂ ਦੇ ਬੇਟਾ ਪਰਮਿੰਦਰ ਸਿੰਘ ਢੀਂਡਸਾ ਤੇ ਇੱਕ ਹੋਰ ਮੈਂਬਰ ਹਾਜ਼ਰ ਹੁੰਦੇ ਨੇ ਤੇ ਕੈਪਟਨ ਸਾਹਿਬ ਦੇ ਬੇਟਾ ਰਾਣਿੰਦਰ ਜਾਂਦੇ ਨੇ ਤੇ ਦੋ ਭਾਜਪਾ ਦੇ ਆਗੂ ਉੱਥੇ ਮੌਜੂਦ ਹੁੰਦੇ ਨੇ। ਮੀਟਿੰਗ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਉਹਦੇ ਵਿੱਚ ਕਹਿੰਦੇ ਇੱਕ ਖਾਕਾ ਜਿਹਾ ਲੀਕ ਲਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਟਿਕਟਾਂ ਵੰਡੀਆਂ ਜਾਣਗੀਆਂ। ਸੁਣਨ ਵਿੱਚ ਆਇਆ ਕਹਿੰਦੇ ਕਿ ਟਿਕਟ ਦਿੱਤੀ ਜਾਊਗੀ ਜਿੱਤਣ ਵਾਲੇ ਉਮੀਦਵਾਰ ਨੂੰ। ਇਸ ਗੱਲ ਨੂੰ ਪਾਸੇ ਰੱਖ ਦਿੱਤਾ ਜਾਊਗਾ ਕਿ ਕੌਣ ਕਿੰਨੀਆਂ ਟਿਕਟਾਂ ਜਾਂ ਕਿੰਨੀਆਂ ਸੀਟਾਂ ਉੱਤੇ ਲੜਦਾ ਹੈ। ਇਸ ਗੱਲ ਨੂੰ ਮਨਫੀ ਕਰ ਦਿੱਤਾ ਜਾਊਗਾ ਕਿ ਕਿਸ ਹਿੱਸੇ ਕਿੰਨੀਆਂ ਟਿਕਟਾਂ ਆਉਂਦੀਆਂ ਨੇ। ਪਰ ਕੱਲ੍ਹ ਵਾਲੀ ਮੀਟਿੰਗ ਦਾ ਜਿਹੜਾ ਕੇਂਦਰੀ ਧੁਰਾ ਰਿਹਾ ਉਹ ਕੀ ਰਿਹਾ ਕਿ 5 ਤਰੀਕ ਨੂੰ ਮੋਦੀ ਸਾਹਿਬ ਪੰਜਾਬ ਆ ਰਹੇ ਨੇ ਤੇ ਉਹਦੇ ਲਈ ਕਿਸ ਤਰ੍ਹਾਂ ਦੀ ਵਿਉਂਤਬੰਦੀ ਕਰਨੀ ਹੈ। ਚਾਹੇ ਪੰਜਾਬ ਲੋਕ ਕਾਂਗਰਸ ਤੇ ਨਾਲ ਢੀਂਡਸਾ ਦਲ ਦੇ ਬੰਦਿਆਂ ਨੇ ਬਾਹਰ ਆ ਕੇ ਇਹ ਗੱਲ ਕਹੀ ਕਿ ਅਸੀਂ ਵਿਸ਼ੇਸ਼ ਰਿਆਇਤਾਂ ਦੀ, ਸਿੱਖ ਮੁੱਦਿਆਂ ਦੀ ਤੇ ਕਿਸਾਨੀ ਦੀ ਮੰਗ ਰੱਖ ਕੇ ਆਏ ਹਾਂ ਕਿ ਇਹ ਗੱਲ ਸਟੇਜ ਤੋਂ ਅਨਾਉਂਸ ਹੋਣੀ ਚਾਹੀਦੀ ਹੈ। 5 ਤਰੀਕ ਵਾਲੀ ਮੀਟਿੰਗ ਤੋਂ ਬਾਅਦ ਕਹਿੰਦੇ 6 ਤਰੀਕ ਨੂੰ ਫੇਰ ਮੀਟਿੰਗ ਰੱਖ ਲਈ ਹੈ ਤੇ ਉਹਦੇ ਵਿੱਚ ਕਹਿੰਦੇ ਲਗਭਗ ਸੀਟਾਂ ਵਾਲਾ, ਟਿਕਟਾਂ ਵਾਲਾ ਕੰਮ ਆ ਜਿਹੜਾ ਨੇਫਰੇ ਚਾੜ ਦਿੱਤਾ ਜਾਊਗਾ। ਦੂਜੇ ਪਾਸੇ ਕੇਂਦਰ ਦੀ ਸਰਕਾਰ ਨੇ ਆਪਣੀ ਖੁਫੀਆ ਏਜੰਸੀਆਂ ਨੂੰ ਇਸ ਗੱਲ ਉੱਤੇ ਲਾ ਦਿੱਤਾ ਕਿ ਪਤਾ ਕਰੋ ਕਿ ਪੰਜਾਬ ਦੇ ਲੋਕਾਂ ਨੂੰ ਕੀ ਦਿੱਤਾ ਜਾ ਸਕਦਾ ਹੈ, ਕਿਸ ਤਰ੍ਹਾਂ ਦਾ ਪੈਕੇਜ ਦਿੱਤਾ ਜਾ ਸਕਦਾ ਹੈ। ਨਿਕਲ ਕੇ ਗੱਲਾਂ ਇਹ ਆ ਰਹੀਆਂ ਨੇ ਕਿ ਕਿਸਾਨੀ ਨੂੰ ਸਟੇਜ ਤੋਂ ਫੋਕਸ ਕੀਤਾ ਜਾਊਗਾ। ਮੈਂ ਦੱਸ ਦੇਵਾਂ ਕਿ ਨਵੰਬਰ 2019 ਨੂੰ ਜਦੋਂ ਕਰਤਾਰਪੁਰ ਸਾਹਿਬ ਵਾਲਾ ਲਾਂਘਾ ਖੁੱਲ੍ਹਦਾ ਹੈ ਉਦੋਂ ਮੋਦੀ ਸਾਹਿਬ ਪੰਜਾਬ ਆਏ ਸੀ ਤੇ ਉਸ ਤੋਂ ਬਾਅਦ ਉਹ ਹੁਣ ਪੰਜਾਬ ਆ ਰਹੇ ਨੇ। ਤਾਂ ਇਹ ਜਿਹੜਾ ਦੌਰਾ ਹੈ ਉਹ ਪੂਰੀ ਦੀ ਪੂਰੀ ਤਰੀਕੇ ਦੇ ਨਾਲ ਰਾਜਨੀਤੀ ਤੋਂ ਪ੍ਰੇਰਿਤ ਹੈ। ਚਾਹੇ ਫਿਰੋਜ਼ਪੁਰ ਤੋਂ ਮੋਗਾ ਰੋਡ ਉੱਤੇ PGI ਸੈਟੇਲਾਈਟ ਦਾ ਉਦਘਾਟਨ ਵੀ ਕੀਤਾ ਜਾਊਗਾ, ਨਾਲ 5 ਏਕੜ ਤੋਂ ਥੱਲੇ ਵਾਲੇ ਕਿਸਾਨਾਂ ਨੂੰ ਰਾਹਤ ਦਿੱਤੀ ਜਾ ਸਕਦੀ ਹੈ। ਇਸ ਦੀ ਪੱਕੀ ਜੀ ਰਿਪੋਰਟ ਸਾਡੇ ਕੋਲੇ ਹੈਗੀ ਹੈ ਕਿ 5 ਏਕੜ ਤੋਂ ਥੱਲੇ ਵਾਲੇ ਕਿਸਾਨਾਂ ਸਿਰ ਕਿੰਨਾ ਕਰਜ਼ਾ ਹੈ। ਇਸ ਚੀਜ਼ ਦੀਆਂ ਲਿਸਟਾਂ ਬੈਂਕਾਂ ਤੋਂ ਮੰਗ ਲਈਆਂ ਨੇ ਕੇਂਦਰ ਦੀ ਸਰਕਾਰ ਨੇ। ਹੋ ਸਕਦਾ ਕੋਈ ਵੱਡਾ ਤੋਹਫਾ ਜਾਂ ਹੋ ਸਕਦਾ ਕਿ ਵੱਡੀ ਰਾਹਤ ਇਹਨਾਂ 5 ਏਕੜ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇ। ਸਬਸਿਡੀ ਦਾ ਐਲਾਨ ਵੀ ਹੋਊਗਾ। ਕਾਰੋਬਾਰੀਆਂ ਦੇ ਲਈ, ਨਿੱਕੇ ਦੁਕਾਨਦਾਰਾਂ ਜਾਂ ਰੁਜ਼ਗਾਰ ਮਾਲਕਾਂ ਦੇ ਲਈ ਵੀ ਕਿਤੇ ਨਾ ਕਿਤੇ ਕੁਛ ਨਾ ਕੁਛ ਦਿੱਤਾ ਜਾ ਸਕਦਾ ਹੈ। ਕਾਮਿਆਂ ਤੇ ਮਜ਼ਦੂਰਾਂ ਦੇ ਲਈ ਵੀ ਰਾਹਤ ਹੋਊਗੀ। ਖੁਫੀਆ ਏਜੰਸੀਆਂ ਜਾਂ ਕਹਿ ਲਓ ਕਿ ਉਹਨਾਂ ਖੁਫੀਆ ਕੰਮ ਕਰਨ ਵਾਲੇ ਆਗੂ ਧਰਾਤਲ ਉੱਤੇ ਹਰੇਕ ਦੀ ਨਬਜ਼ ਟੋਹ ਕੇ ਪਤਾ ਕਰ ਰਹੇ ਨੇ ਕਿ ਕਿਹਨੂੰ ਕੀ ਚਾਹੀਦਾ ਹੈ ਤੇ ਇਸ ਤਰ੍ਹਾਂ ਦੇ ਐਲਾਨ ਸਟੇਜ ਤੋਂ ਹੋ ਸਕਦੇ ਨੇ। ਪਰ ਮੈਂ ਐਲਾਨਾਂ 'ਤੇ ਨਹੀਂ ਜਾਂਦਾ। ਜੇਕਰ ਮੈਂ ਸਮੀਕਰਨ ਦੀ ਗੱਲ ਕਰਾਂ ਤਾਂ ਜੋ ਐਲਾਨ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸਟੇਜਾਂ ਤੋਂ ਕੀਤੇ ਨੇ ਕੀ ਉਹ ਪੂਰੇ ਹੋ ਗਏ ਨੇ? ਮੇਰਾ ਸਵਾਲ ਇਹ ਰਹੂਗਾ। ਜੋ ਕੁਝ ਅਨਾਉਂਸ ਗੋਆ ਵਿੱਚ ਕੀਤਾ ਸੀ ਚੋਣਾਂ ਵੇਲੇ ਕੀ ਉਹ ਮਿਲ ਗਿਆ ਹੈ? ਕੀ ਬਿਹਾਰ ਦੇ ਵਿੱਚ ਨਤੀਸ਼ ਕੁਮਾਰ ਨੂੰ ਜੋ ਕੁਝ ਕਹਿ ਕੇ ਆਏ ਸੀ, ਜੋ ਵੱਡਾ ਪੈਕੇਜ ਬੋਲ ਕੇ ਆਏ ਸੀ, ਕੀ ਉਹ ਮਿਲ ਗਿਆ ਹੈ? ਜੇਕਰ ਅਸੀਂ ਵੱਖ-ਵੱਖ ਸੂਬਿਆਂ ਦੀ ਹੋਰ ਗੱਲ ਕਰੀਏ, ਉੱਤਰਾਂਚਲ ਦੀ ਗੱਲ ਕਰ ਲਈਏ, ਉੱਤਰਾਖੰਡ ਦੀ ਗੱਲ ਕਰ ਲਈਏ ਤਾਂ ਉੱਥੇ ਜੋ ਸਮੇਂ-ਸਮੇਂ 'ਤੇ ਜਾ ਕੇ ਬੋਲਿਆ ਗਿਆ ਸੀ ਸਟੇਜਾਂ ਤੋਂ ਕੇਂਦਰ ਦੀ ਸਰਕਾਰ ਦੁਆਰਾ ਜਾਂ ਕਹਿ ਲਓ ਭਾਜਪਾ ਦੀ ਸਰਕਾਰ ਦੁਆਰਾ, ਕੀ ਸਾਰਾ ਕੁਝ ਪੂਰਾ ਕਰ ਦਿੱਤਾ ਗਿਆ? ਇਸ ਗੱਲ ਨੂੰ ਦੇਖਦੇ ਹੋਏ ਪੰਜਾਬ ਦੇ ਲੋਕਾਂ ਨੂੰ ਇਸ ਐਲਾਨ ਨੂੰ ਮੰਨਣਾ ਚਾਹੀਦਾ ਹੈ। ਦੂਜੇ ਪਾਸੇ ਕਹਿੰਦੇ ਕਿਸਾਨ ਜਥੇਬੰਦੀਆਂ ਨੇ ਵੀ ਤਿਆਰੀ ਖਿੱਚ ਲਈ ਹੈ।
ਲਗਭਗ 239 ਪਿੰਡ ਦੇ ਕਿਸਾਨਾਂ ਦਾ ਇੱਕਾ ਜਿਹਾ ਹੋ ਗਿਆ ਹੈ। ਅੰਦਰ ਦੀ ਜਾਣਕਾਰੀ ਹੈ ਕਿ ਉਹਨਾਂ ਨੇ ਅੰਦਰ ਖਾਤੇ ਸੁਨੇਹੇ ਲਾ ਦਿੱਤੇ ਨੇ ਕਿ ਇਸ ਰੈਲੀ ਵਿੱਚ ਕਿਸਾਨ ਵੀਰ ਨਾ ਜਾਣ। ਜੇਕਰ ਇਸ ਤਰ੍ਹਾਂ ਹੋ ਸਕਦਾ ਹੈ ਤਾਂ ਦੂਸਰੇ ਪਾਸੇ ਭਾਜਪਾ ਕਹਿੰਦੀ ਕਿ ਅਸੀਂ 5 ਲੱਖ ਦਾ ਇਕੱਠ ਕਰਨਾ ਹੈ। ਲਗਭਗ ਕਹਿੰਦੇ 3200 ਬੱਸ ਭਰ ਕੇ ਆਉਣੀ ਹੈ ਲੋਕਾਂ ਦੀ, ਵੱਖ-ਵੱਖ ਪਿੰਡਾਂ ਵਿੱਚੋਂ, ਵੱਖ-ਵੱਖ ਕਸਬਿਆਂ ਦੇ ਵਿੱਚੋਂ। ਪਰ ਇਸ ਤਰ੍ਹਾਂ ਵਾਪਰ ਸਕਦਾ ਜਾਂ ਨਹੀਂ ਵਾਪਰ ਸਕਦਾ, ਹਾਲੇ ਤੱਕ ਜਿਹੜਾ ਸੱਦਾ ਹੈ ਸਟੇਜ ਦੇ ਉੱਤੇ ਨਾ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਿਆ ਰਸਮੀ ਤੌਰ ਤੇ ਨਾ ਹੀ ਢੀਂਡਸਾ ਸਾਹਿਬ ਨੂੰ ਲੱਗਿਆ। ਹੋ ਸਕਦਾ ਕਿ ਮੁੱਖ ਮੰਤਰੀ ਹੋਣ ਦੇ ਨਾਂ ਤੇ ਚਰਨਜੀਤ ਸਿੰਘ ਚੰਨੀ ਨੂੰ ਵੀ ਬੁਲਾ ਲਿਆ ਜਾਵੇ, ਪਰ ਹਾਲੇ ਤਾਂ ਆਪਣੇ ਬੁਲਾਉਣ ਬੰਨ੍ਹੋਂ ਵੀ ਪਏ ਨੇ। ਇੱਕ ਪਾਸੇ ਅੰਦਰ ਖਾਤੇ ਮੀਟਿੰਗਾਂ ਹੋ ਰਹੀਆਂ ਨੇ, ਦੂਜੇ ਪਾਸੇ ਸੰਯੁਕਤ ਅਕਾਲੀ ਦਲ ਦੇ ਖਜ਼ਾਨਚੀ ਨਿਧੜਕ ਸਿੰਘ ਨੂੰ ਵੀ ਆਪਣੇ ਵਿੱਚ ਸ਼ਾਮਲ ਕਰ ਲਿਆ ਤੇ ਰਸਮੀ ਐਲਾਨ ਬਾਕੀ ਹੈ। ਜੇਕਰ ਇਹ ਕਹਿ ਦਿੱਤਾ ਜਾਵੇ ਕਿ ਵੱਡੇ ਲੀਡਰ ਜਾਂ ਆਗੂ ਢੀਂਡਸਾ ਸਾਹਿਬ ਦੇ ਨਾਲ ਜਾਣ ਤੋਂ ਜਾਂ ਕੈਪਟਨ ਸਾਹਿਬ ਦੇ ਨਾਲ ਜਾਣ ਤੋਂ ਸਿੱਧੇ ਭਾਜਪਾ ਵਿੱਚ ਜਾਣਾ ਪਸੰਦ ਕਰ ਰਹੇ ਨੇ, ਤਾਂ ਇੱਕ ਗੱਲ ਹੋਰ ਕਹਿ ਰਿਹਾ ਕਿ ਪਿਛਲੇ ਦਿਨੀ ਜੋ ਕਾਂਗਰਸ ਦੇ ਲੀਡਰ ਬਲਵਿੰਦਰ ਸਿੰਘ ਲਾਡੀ ਭਾਜਪਾ ਵਿੱਚ ਚਲੇ ਗਏ ਸੀ, ਹੁਣ ਉਹਨਾਂ ਦੀ ਘਰ ਵਾਪਸੀ ਹੋ ਗਈ ਹੈ, ਉਹ ਵਾਪਸ ਕਾਂਗਰਸ ਵਿੱਚ ਆ ਗਏ ਨੇ। ਤੁਸੀਂ ਵੀ ਸੋਚਦੇ ਹੋਵੋਗੇ ਮੈਂ ਕਿਹੋ ਜਿਹੀਆਂ ਗੱਲਾਂ ਲੈ ਕੇ ਬਹਿ ਗਿਆ, ਪਰ ਗੱਲਾਂ ਪੰਜਾਬ ਦੀਆਂ ਹੈ ਹੀ ਇਸੇ ਤਰ੍ਹਾਂ ਦੀਆਂ, ਤਾਂ ਕਰਕੇ ਤੁਹਾਡੇ ਸਾਹਮਣੇ ਇਦਾਂ ਦੀਆਂ ਖਬਰਾਂ ਲੈ ਕੇ ਹਾਜ਼ਰ ਹੁੰਦੇ ਆ। ਪਿਛਲੇ ਦਿਨਾਂ ਤੋਂ ਇਹ ਅੰਦਾਜ਼ੇ ਲਾਏ ਗਏ ਸੀ ਕਿ ਕਿਸਾਨ ਜਥੇਬੰਦੀਆਂ ਨੇ ਜੋ ਫੈਸਲਾ ਲਿਆ ਚੋਣ ਲੜਨ ਦਾ, ਉਹ ਕਿੰਨਾ ਸਹੀ ਜਾਂ ਕਿੰਨਾ ਗਲਤ। ਇਸ ਦੇ ਸੰਬੰਧ ਵਿੱਚ ਕਿਸਾਨ ਜਥੇਬੰਦੀਆਂ ਨੇ ਸਮਰਥਨ ਦਾ ਪਤਾ ਕਰਨ ਦੇ ਲਈ ਇੱਕ ਮੀਟਿੰਗ ਵੀ ਸੱਦੀ। ਅੰਦਾਜ਼ੇ ਫਿਰ ਇਹ ਸੀ ਕਿ ਵੱਧ ਤੋਂ ਵੱਧ 8, 10 ਜਾਂ 15 ਜਥੇਬੰਦੀਆਂ ਦਾ ਇਹ ਏਕਾ ਹੋ ਸਕਦਾ ਹੈ ਚੋਣ ਲੜਨ ਉੱਤੇ, ਪਰ ਸੰਯੁਕਤ ਸਮਾਜ ਮੋਰਚੇ ਦੇ ਨਾਲ 45 ਜਥੇਬੰਦੀਆਂ ਨੇ ਆ ਕੇ ਹਾਂ ਵਿੱਚ ਹਾਂ ਮਿਲਾਈ ਕਿ ਉਹ ਚੋਣ ਦੇ ਮੈਦਾਨ ਵਿੱਚ ਉਹਨਾਂ ਨਾਲ ਖੜਨ ਦੇ ਲਈ ਤਿਆਰ ਨੇ। ਨਾਲ ਇਨਸਾਫ ਮੋਰਚੇ ਵਾਲੇ ਬਲਵਿੰਦਰ ਸਿੰਘ ਤੇ ਉਹਨਾਂ ਦੇ ਸਾਥੀ ਵੀ ਇਸ ਮੀਟਿੰਗ ਵਿੱਚ ਵੇਖੇ ਗਏ। ਡਾਕਟਰ ਸਵੈਮਾਨ ਨੇ ਸਟੇਜ ਤੋਂ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਆਉਣ ਵਾਲੇ ਕਾਰਜਾਂ ਨੂੰ ਜਾਂ ਚੋਣ ਲੜਨ ਦੇ ਮਨੋਰਥਾਂ ਨੂੰ ਪੇਸ਼ ਕੀਤਾ ਕਿ ਉਹ ਧਰਮ ਨਿਰਪੱਖ ਲੋਕਾਂ ਦੇ ਹੱਕ ਵਿੱਚ ਜਾਂ ਕਹਿ ਲਓ ਕਿ ਜਾਤਾਂ ਤੋਂ ਉੱਪਰ ਉੱਠਿਆ ਹੋਇਆ ਇੱਕ ਮੋਰਚਾ ਹੋਊਗਾ ਜਿਸ ਦਾ ਸੰਬੰਧ ਹੋਊਗਾ ਪੰਜਾਬ ਦਾ ਸੁਧਾਰ ਕਰਨਾ। ਗੁਰਨਾਮ ਸਿੰਘ ਚੜੂੰਗੀ ਨੇ ਵੀ ਇਸ ਗੱਲ ਦਾ ਫੈਸਲਾ ਲਿਆ ਕਿ ਉਹ ਸੰਯੁਕਤ ਸਮਾਜ ਮੋਰਚੇ ਦੇ ਨਾਲ ਖੜ ਕੇ ਹੀ ਚੋਣ ਲੜੂਗਾ। ਦੂਸਰੇ ਪਾਸੇ ਕਹਿੰਦੇ ਕਿ ਰਾਜੋਵਾਲ ਸਾਹਿਬ ਅੰਦਰ ਖਾਤੇ ਬਲਵੀਰ ਸਿੰਘ ਰਾਜੇਵਾਲਾ ਕਹਿੰਦੇ ਅੰਦਰ ਖਾਤੇ ਆਮ ਆਦਮੀ ਪਾਰਟੀ ਦੇ ਨਾਲ ਗਿੱਟਮਿੱਟ ਕਰਦੇ ਨੇ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਰਾਤ ਉਹ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਮਿਲੇ ਨੇ ਤੇ ਸ਼ਾਇਦ ਉਹਨਾਂ ਦੀ ਗੱਲ ਚੱਲ ਰਹੀ ਹੈ। ਜੇਕਰ ਇਸ ਤਰ੍ਹਾਂ ਹੁੰਦਾ ਤਾਂ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਵਿੱਚ ਰਾਜੇਵਾਲ ਸਾਹਿਬ ਆਮ ਆਦਮੀ ਪਾਰਟੀ ਦੇ ਨਾਲ ਆਪਣੀ ਗੰਢ ਸੁੱਪ ਕਰ ਲੈਣ, ਪਰ ਇਹਨਾਂ ਜਥੇਬੰਦੀਆਂ ਨੇ ਕਲੀਅਰ ਕਰ ਦਿੱਤਾ ਹੈ ਕਿ ਉਹ ਵੱਖਰੇ ਤੌਰ ਤੇ ਜਾਂ ਕਹਿ ਲਓ ਇਕੱਲੇ ਤੌਰ ਤੇ ਚੋਣ ਲੜਨਗੇ। ਉਹ ਆਮ ਆਦਮੀ ਪਾਰਟੀ ਜਾਂ ਕਿਸੇ ਵੀ ਧਿਰ ਨਾਲ ਕੋਈ ਵੀ ਸਮਝੌਤਾ ਨਹੀਂ ਕਰਨਗੇ। ਅਗਰਾਹਾਂ ਯੂਨੀਅਨ ਨੇ ਲਗਾਤਾਰ 2-3 ਵਾਰ ਜਿਹੜੀ ਤਰੀਕ ਹੈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੁੱਦਿਆਂ ਦੇ ਉੱਤੇ ਲਈ ਹੈ, ਪਰ ਕੱਲ੍ਹ ਦੀ ਫੇਰ ਤਰੀਕ ਸੀ ਉਹਨਾਂ ਦੀ ਮੁਲਾਕਾਤ ਦੀ ਜਾਂ ਮੀਟਿੰਗ ਦੀ, ਪਰ ਚੰਨੀ ਸਾਹਿਬ ਟੋਲ ਟਮਾਲ ਕਰਕੇ 7 ਤਰੀਕ ਦੇ ਗਏ ਨੇ। 2-3 ਵਾਰੀ ਲਗਾਤਾਰ ਇਹ ਡੇਟਾਂ ਰੱਦ ਕਹਿ ਲਓ ਜਾਂ ਪੋਸਟਪੋਨ ਹੋਣ ਤੋਂ ਬਾਅਦ ਅਗਰਾਹਾਂ ਯੂਨੀਅਨ ਨੇ 15 ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਅੱਗੇ ਤੇ ਐਸਐਸਪੀ ਦੇ ਦਫ਼ਤਰਾਂ ਅੱਗੇ ਜਿਹੜੇ ਧਰਨੇ ਆ ਉਹ ਲਾਏ ਹੋਏ ਨੇ ਤੇ ਧਰਨੇ ਲਗਾਤਾਰ ਚੱਲ ਰਹੇ ਨੇ। ਤਾਂ ਅਗਰਾਹਾਂ ਨੇ ਇੱਕ ਹੋਰ ਵੀ ਸੱਦਾ ਦਿੱਤਾ ਹੈ ਕਿ ਜੋ ਵੀ ਕਿਸਾਨ ਜਥੇਬੰਦੀ ਨਾਲ ਸੰਬੰਧ ਰੱਖਦੇ ਨੇ ਪਿੰਡ, ਲਗਭਗ 15 ਜ਼ਿਲ੍ਹਿਆਂ ਦੇ 239 ਪਿੰਡਾਂ ਵਿੱਚ ਸੁਨੇਹਾ ਲੱਗ ਚੁੱਕਿਆ ਹੈ, ਉਹ 5 ਤਰੀਕ ਵਾਲੀ ਮੋਦੀ ਸਾਹਿਬ ਦੀ ਰੈਲੀ ਵਿੱਚ ਨਹੀਂ ਜਾਣਗੇ। ਤੇ ਨਾਲ ਚੋਣਾਂ ਦੇ ਸੰਬੰਧ ਵਿੱਚ ਉਹ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ, ਚਾਹੇ ਅਗਰਾਹਾਂ ਯੂਨੀਅਨ ਆ ਤੇ ਚਾਹੇ ਸਿੱਧੂਪੁਰ ਯੂਨੀਅਨ ਆ ਤੇ ਇਸ ਤੋਂ ਇਲਾਵਾ ਹੋਰ ਯੂਨੀਅਨਾਂ ਵੀ 3-4 ਜਿਨ੍ਹਾਂ ਨੇ ਕਿਹਾ ਕਿ ਅਸੀਂ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਵਾਂਗੇ। ਹੁਣ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੂ ਕਿ ਰਾਜੇਵਾਲ ਸਾਹਿਬ ਇਹਨਾਂ 45 ਜਥੇਬੰਦੀਆਂ ਦੇ ਨਾਲ ਜਾਂ ਕਹਿ ਲਓ ਸੰਯੁਕਤ ਸਮਾਜ ਮੋਰਚੇ ਦੇ ਨਾਲ ਖੜ੍ਹਦੇ ਨੇ ਜਾਂ ਫਿਰ ਆਪਣੇ ਵੱਡੇ ਭੱਲ ਜਾਂ ਵੱਡੇ ਜਿਹੜਾ ਚਿਹਰਾ ਬਣਿਆ ਹੋਇਆ ਉਹਦਾ ਫਾਇਦਾ ਚੱਕਣ ਦੇ ਲਈ ਉਹ ਆਮ ਆਦਮੀ ਪਾਰਟੀ ਦਾ ਪੱਲਾ ਫੜਦੇ ਨੇ। ਪਰ ਮੈਂ ਇੱਥੇ ਟਿੱਪਣੀ ਕਰ ਦੇਵਾਂ, ਜੇਕਰ ਰਾਜੇਵਾਲ ਸਾਹਿਬ ਇਸ ਤਰ੍ਹਾਂ ਕਰਦੇ ਨੇ ਤਾਂ ਉਹ ਆਪਣੀ ਜੋ ਇੱਕ ਕਿਸਾਨ ਲੀਡਰ ਦੇ ਰੂਪ ਵਿੱਚ ਬਣਾਈ ਹੋਈ ਛਵੀ ਆ ਉਸ ਨੂੰ ਮਿੱਟੀ ਕਰ ਲੈਣਗੇ, ਉਸ ਨੂੰ ਖਤਮ ਕਰ ਲੈਣਗੇ। ਪਰ ਫੈਸਲਾ ਹਰ ਇੱਕ ਦਾ ਨਿੱਜੀ ਹੈ ਕਿ ਉਹ ਕਿਸ ਪਾਸਿਓਂ ਲੜਦਾ ਹੈ। ਅਸੀਂ ਆਪਣੇ ਸਮੀਕਰਨ ਪੇਸ਼ ਕਰ ਰਹੇ ਹਾਂ। ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ
ਆਫਰਾਂ ਵੱਡੀਆਂ ਹੋ ਰਹੀਆਂ ਨੇ ਰਾਜੋਵਾਲ ਸਾਹਿਬ ਨੂੰ। ਜੇ ਮਨ ਲਲਚਾ ਜਾਵੇ, ਕਿਉਂਕਿ ਮਨੁੱਖੀ ਮਨ ਆ ਲਲਚਾ ਸਕਦਾ ਹੈ, ਜੇ ਲਲਚਾ ਜਾਵੇ ਤਾਂ ਹੋ ਸਕਦਾ ਹੈ ਕਿ ਜਿਹੜਾ ਉਹ ਇਤਿਹਾਸ ਬਣਾ ਕੇ ਆਏ ਨੇ ਕੇਂਦਰ ਦੀ ਸਰਕਾਰ ਦੀ ਨੀਵੀਂ ਪਵਾ ਕੇ, ਉਸ ਇਤਿਹਾਸ ਦੇ ਵਿੱਚੋਂ ਕੁਝ ਕੁ ਨਾਮ ਨੇ ਜਿਹੜੇ ਉਹ ਇਤਿਹਾਸਕ ਜਿੱਤਾਂ ਦੇ ਰੂਪ ਵਿੱਚ ਘੱਟ ਯਾਦ ਕੀਤੇ ਜਾਣ ਅਤੇ ਬਾਅਦ ਵਿੱਚ ਜਿਹੜੀ ਕੁੱਕੜ ਖੇਡ ਆਈ ਜਾ ਰਹੀ ਹੈ ਉਹਦੇ ਰੂਪ ਵਿੱਚ ਜ਼ਿਆਦਾ ਯਾਦ ਕੀਤੇ ਜਾਣ। ਇਸ ਤੋਂ ਅਗਲੀ ਖਬਰ ਦਾ ਸੰਬੰਧ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਬੇਅਦਬੀਆਂ ਨੂੰ ਲੈ ਕੇ ਕੱਲ੍ਹ ਰੋਸ ਦਿਹਾੜਾ ਮਨਾਇਆ। ਇਹ ਦਿਹਾੜਾ ਸ਼੍ਰੀ ਹਰਿਮੰਦਰ ਸਾਹਿਬ ਦੇ ਮੰਜੀ ਸਾਹਿਬ ਹਾਲ ਦੇ ਵਿਖੇ ਮਨਾਇਆ ਗਿਆ ਅਤੇ ਇਹਦੇ ਵਿੱਚ ਜਿੱਥੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਜਾਂ ਕਹਿ ਲਓ ਅਕਾਲੀ ਦਲ ਦੀ ਲੀਡਰਸ਼ਿਪ ਸੀ, ਨਾਲ ਨਾਲ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਸੀ। ਇੱਕ ਗੱਲ ਹੋਰ ਵੀ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਇਸ ਦਿਹਾੜੇ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ, SGPC ਦੇ ਪ੍ਰਧਾਨ ਧਾਮੀ ਸਾਹਿਬ ਅਤੇ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਇੱਕ ਲਗਭਗ 45 ਮਿੰਟ ਦੀ ਗੁਪਤ ਮੀਟਿੰਗ ਕੀਤੀ, ਜਿਸ ਦੇ ਬਾਰੇ ਪੱਤਰਕਾਰਾਂ ਨਾਲ ਕੋਈ ਵੀ ਵੇਰਵਾ, ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਸ ਤੋਂ ਬਾਅਦ ਜੇਕਰ ਅਸੀਂ ਉਸ ਸਟੇਜ ਦੀ ਗੱਲ ਕਰਦੇ ਹਾਂ ਜਿਸ ਉੱਤੇ ਬਾਦਲ ਸਾਹਿਬ ਨੇ, ਸੁਖਬੀਰ ਸਿੰਘ ਬਾਦਲ ਨੇ ਅਤੇ ਹੋਰ ਵੱਡੇ ਲੀਡਰਾਂ ਨੇ ਬੋਲਦੇ ਹੋਏ ਕਾਂਗਰਸ ਨੂੰ ਇਹ ਕਿਹਾ ਕਿ ਉਹ ਬੇਅਦਬੀ ਦੇ ਮਸਲੇ ਉੱਤੇ ਕੋਈ ਵੀ ਹੱਲ ਨਹੀਂ ਕੱਢ ਰਹੇ, ਜਾਂ ਕਹਿ ਲਓ ਕਿ ਜਿਸ ਤਰ੍ਹਾਂ ਉਹਨੇ 18 ਦਸੰਬਰ ਨੂੰ ਜੋ ਦਰਬਾਰ ਸਾਹਿਬ ਵਿੱਚ ਘਟਨਾ ਹੋਈ ਹੈ ਉਹਦੇ ਲਈ ਇੱਕ ਸੈੱਟ ਬਣਾਈ ਸੀ ਜਿਹੜੀ 2 ਦਿਨਾਂ ਦੇ ਵਿੱਚ ਰਿਪੋਰਟ ਦੇਊਗੀ, ਪਰ ਉਹਨਾਂ ਨੇ ਹਾਲੇ ਤੱਕ ਰਿਪੋਰਟ ਨਹੀਂ ਦਿੱਤੀ। ਅਤੇ ਹੋਰ ਵੀ ਬੇਅਦਬੀ ਦੀਆਂ ਜਿੰਨੀਆਂ ਵੀ ਘਟਨਾ ਹੋਈਆਂ ਉਹਦੇ ਉੱਤੇ ਸਰਕਾਰ ਨੇ ਕਹਿੰਦੇ ਕੋਈ ਵੀ ਕੰਮ ਨਹੀਂ ਕੀਤਾ। ਵੱਡਾ ਦੋਸ਼ ਜਿਹੜਾ ਸੀਗਾ ਸਾਰੇ ਹੀ ਸਪੀਕਰਾਂ ਦੁਆਰਾ ਸਟੇਜ ਉੱਤੋਂ ਇਹ ਲਾਇਆ ਗਿਆ। ਬਾਦਲ ਸਾਹਿਬ ਬਹੁਤ ਐਂ ਕਹਿ ਲਓ ਕਿ ਰੰਗ ਵਿੱਚ ਦਿਸੇ, ਉਹਨਾਂ ਨੇ ਬੜਾ ਸਟੀਕ ਭਾਸ਼ਣ ਦਿੱਤਾ ਕਿ ਪੰਥ ਨੂੰ ਖਤਰਾ ਹੈ ਅਤੇ ਪੰਥ ਨੂੰ ਪਾੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਅਤੇ ਆਪਾਂ ਨੂੰ ਇਕਜੁੱਟ ਹੋ ਕੇ ਪੰਜਾਬ ਦੀ ਅਗਵਾਈ ਕਰਨ ਦੀ ਜ਼ਰੂਰਤ ਹੈ। ਸੁਖਬੀਰ ਸਿੰਘ ਬਾਦਲ ਨੇ ਜਿੱਥੇ ਕੇਜਰੀਵਾਲ ਸਾਹਿਬ ਨੂੰ ਨਿਸ਼ਾਨੇ 'ਤੇ ਰੱਖਿਆ ਅਤੇ ਨਾਲ ਨਾਲ ਮਜੀਠੀਆ ਸਾਹਿਬ ਦੀ ਹਮਾਇਤ ਕੀਤੀ, ਅਤੇ ਉੱਥੇ ਉਹਨਾਂ ਨੇ ਚੰਨੀ ਸਰਕਾਰ ਨੂੰ ਭੰਡਿਆ ਵੀ ਅਤੇ ਰਾਜੇਵਾਲ ਸਾਹਿਬ ਨੂੰ ਵੀ ਆਪਣੇ ਨਿਸ਼ਾਨੇ 'ਤੇ ਰੱਖਿਆ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇਹ ਸਿਆਸਤ ਵਿੱਚ ਜਾਣਗੇ ਹੀ ਜਾਣਗੇ। ਬਾਦਲ ਸਾਹਿਬ ਦੇ ਬੋਲਣ ਤੋਂ ਬਿਨਾਂ, ਸਰਦਾਰ ਸੁਖਬੀਰ ਸਿੰਘ ਬਾਦਲ ਦੇ ਬੋਲਣ ਤੋਂ ਬਿਨਾਂ ਜੇਕਰ ਗੱਲ ਕਰੀਏ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ, ਤਾਂ ਉਹਨਾਂ ਨੇ ਬੜਾ ਸਟੀਕ ਬੋਲਿਆ। ਤਾਂ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਆਪਣਾ ਧਰਮ ਪ੍ਰਚਾਰ ਕਰਨਾ ਚਾਹੁੰਦੇ ਹੋ, ਜੇਕਰ ਤੁਸੀਂ ਹਿੰਦੂਤਵ ਨੂੰ ਜਾਂ ਹਿੰਦੂ ਧਰਮ ਨੂੰ ਵੱਡਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ, ਪਰ ਦੂਸਰੇ ਧਰਮ ਦਾ ਵਿਰੋਧ ਕਰਨਾ ਕੋਈ ਸਹੀ ਗੱਲ ਨਹੀਂ ਹੁੰਦੀ। ਜੇਕਰ ਅਸੀਂ ਮੰਗ ਕਰਦੇ ਹਾਂ ਕਿ ਸਿੱਖ ਧਰਮ ਦੀ ਜਾਂ ਇਸ ਦਾ ਪ੍ਰਚਾਰ ਕਰਦੇ ਹਾਂ ਤਾਂ ਦੇਸ਼ ਦਰੋਹ ਦੇ ਨਾਲ ਜੋੜ ਲਿਆ ਜਾਂਦਾ ਹੈ, ਅਤੇ ਆਪਣੇ ਧਰਮ ਦਾ ਪ੍ਰਚਾਰ ਹਰ ਕੋਈ ਕਰਦਾ ਹੁੰਦਾ, ਤੁਸੀਂ ਵੀ ਕਰ ਸਕਦੇ ਹੋ ਅਤੇ ਸਾਡੇ ਕੋਲ ਵੀ ਹੱਕ ਹੋਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਅਸੀਂ ਭਾਜਪਾ ਦੇ ਨਾਲ ਗੱਠਜੋੜ ਰੱਖਿਆ ਤਾਂ ਇਸ ਵਿੱਚ ਕੁਝ ਵੀ ਗਲਤ ਨਹੀਂ ਸੀ। 18ਵੀਂ ਸਦੀ ਵਿੱਚ ਜ਼ਕਰੀਆ ਖਾਨ ਦੇ ਨਾਲ ਵੀ ਇਸ ਤਰ੍ਹਾਂ ਦਾ ਸਮਝੌਤਾ ਕੀਤਾ ਗਿਆ ਸੀ। ਅਸੀਂ ਕਿਸ ਤਰ੍ਹਾਂ ਦੇ ਇਤਿਹਾਸ ਨਾਲ ਕਿਸ ਤਰ੍ਹਾਂ ਦੀਆਂ ਆਪਣੀਆਂ ਮਜਬੂਰੀਆਂ ਨੂੰ ਰਲਾ ਦਿੰਦੇ ਹਾਂ, ਮਾਫ਼ ਕਰਨਾ ਮੈਂ ਇਹਦੇ ਉੱਤੇ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ, ਪਰ ਉਹ ਸਮਝੌਤੇ ਦਾ ਅਤੇ ਇਸ ਸਮਝੌਤੇ ਦਾ ਦਿਨ ਰਾਤ ਦੇ ਫਰਕ ਨੂੰ ਜੋੜ ਦੇਣਾ, ਜਾਂ ਕਹਿ ਲਓ ਕਿ ਉਹ ਧਾਰਮਿਕ ਰੂਪ ਵਿੱਚ ਜਾਂ ਮੂਹਰੇ ਧਰਮ ਰੱਖ ਕੇ ਕੀਤਾ ਗਿਆ ਸਮਝੌਤਾ ਸੀ, ਇਹ ਕੋਰਾ ਸਿਆਸੀ ਸਮਝੌਤਾ ਸੀ। ਤਾਂ ਇਸ ਤਰ੍ਹਾਂ ਦੇ ਲਿੰਕ ਪਤਾ ਨਹੀਂ ਕਿਉਂ ਸਟੇਜਾਂ ਉੱਤੋਂ ਬਹੁਤ ਪੜ੍ਹੇ ਲਿਖੇ ਲੋਕ ਵੀ ਜੋੜ ਦਿੰਦੇ ਨੇ। ਸ਼ਾਇਦ ਮੈਂ ਆਪਣੀ ਤੁੱਛ ਬੁੱਧੀ ਅਨੁਸਾਰ ਸਹੀ ਨਾ ਹੋਵਾਂ, ਪਰ ਮੈਨੂੰ ਜਿਸ ਗੱਲ ਦਾ ਨੁਕਸ ਲੱਗਿਆ ਮੈਂ ਤੁਹਾਡੇ ਨਾਲ ਖਬਰਾਂ ਦੇ ਰੂਪ ਵਿੱਚ ਸਾਂਝਾ ਕੀਤਾ। ਇਸ ਤੋਂ ਬਿਨਾਂ ਹਰਸਿਮਰਤ ਕੌਰ ਬਾਦਲ ਵੀ ਕੱਲ੍ਹ ਮਾਝੇ ਵਿੱਚ ਰਹੇ। ਉਹ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿੱਚ ਔਰਤਾਂ ਦੀ ਰੈਲੀ ਵਿੱਚ ਖੇਮਕਰਨ ਦੇ ਇਲਾਕੇ ਵਿੱਚ ਜਾਂ ਹਲਕੇ ਵਿੱਚ ਬੋਲਦੇ ਹੋਏ ਆਪਣੇ ਆਪ ਦੀ ਤੁਲਨਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਕਰਦੇ ਦੇਖੇ ਗਏ। ਉਹ ਕਹਿੰਦੇ ਵੀ ਜੇਕਰ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਜਿੱਤੀ ਹੈ ਤਾਂ ਉਹਨਾਂ ਨੂੰ ਵੀ ਔਰਤਾਂ ਦਾ ਵੱਡਾ ਹੰਗਾਰਾ ਮਿਲਿਆ, ਵੱਡਾ ਸਾਥ ਮਿਲਿਆ। ਅਤੇ ਕਹਿੰਦੇ ਖੇਮਕਰਨ ਦੇ ਵਿੱਚ ਔਰਤਾਂ ਨੂੰ ਦੇਖ ਕੇ ਜਾਪਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਔਰਤਾਂ ਦਾ ਬਹੁਤ ਵੱਡਾ ਸਹਾਰਾ ਮਿਲੇਗਾ। ਇਸ ਤਰ੍ਹਾਂ ਰਲਿਆ ਮਿਲਿਆ ਮਾਝੇ ਦੇ ਵਿੱਚ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦਾ ਸਾਰੇ ਸਮਾਗਮ ਜਾਂ ਸਾਰੇ ਪ੍ਰੋਗਰਾਮ ਰਹੇ, ਪਰ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਪੈਰ ਲਾਉਣ ਲਈ ਹੋਰ ਮਿਹਨਤ ਕਰਨੀ ਪਊਗੀ, ਕਿਉਂਕਿ ਉਹਨਾਂ ਉੱਪਰ ਜਿਸ ਤਰ੍ਹਾਂ ਦੇ ਇਲਜ਼ਾਮ, ਜਿਸ ਤਰ੍ਹਾਂ ਦੇ ਦੋਸ਼ ਜਾਂ
ਜਿਸ ਤਰ੍ਹਾਂ ਦੇ ਉਹਨਾਂ ਦੇ ਵੱਡੇ ਲੀਡਰਾਂ ਨੂੰ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ, ਉਸ ਨੂੰ ਕਵਰ ਕਰਨ ਦੇ ਲਈ ਕਾਫੀ ਵਕਤ ਹਜੇ ਹੋਰ ਲੱਗ ਸਕਦਾ ਹੈ। ਅੱਜ ਦੀਆਂ ਖਬਰਾਂ ਇੱਥੇ ਹੀ ਸਮਾਪਤ ਕਰਦੇ ਹਾਂ। ਜੇਕਰ ਕੋਈ ਨਾਮ, ਤਿੱਥ, ਤਿਥੀ ਦੇ ਵਿੱਚ ਕੋਈ ਬੋਲਣ ਵਿੱਚ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਦੋਨੇ ਹੱਥ ਜੋੜ ਕੇ ਅਸੀਂ ਮਾਫੀ ਮੰਗਦੇ ਹਾਂ ਅਤੇ ਨਾਲ ਉਮੀਦ ਕਰਦੇ ਹਾਂ ਕਿ ਜੇਕਰ ਤੁਸੀਂ ਆਪਣੇ ਸੁਝਾਅ ਜਾਂ ਆਪਣੀ ਕੋਈ ਟਿੱਪਣੀ ਸਾਨੂੰ ਭੇਜਣੀ ਆ ਤਾਂ ਸਾਡੀ ਸਕਰੀਨ ਉੱਤੇ ਚੱਲਦੇ ਸਾਡੇ ਟੈਲੀਫੋਨ ਨੰਬਰ ਅਤੇ ਨਾਲ ਸਾਡੇ ਮੇਲ ਆਈਡੀ ਉੱਤੇ ਤੁਸੀਂ ਸੁਨੇਹਾ ਵੀ ਭੇਜ ਸਕਦੇ ਹੋ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ। ਜਿਉਂਦੇ ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ।